ਅੱਜ ਅਸੀਂ ਟੌਪਿਕ ਕਰਾਂਗੇ ਇੰਟਰੈਕਸ਼ਨਸ ਆਫ ਲਾਈਟ ਚਾਰਜ ਪਾਰਟੀਕਲਸ ਵਿਦ ਮੈਟਰ। ਲਾਸਟ ਟਾਈਮ ਅਸੀਂ ਹੈਵੀ ਚਾਰਜ ਪਾਰਟੀਕਲਸ ਨਾਲ ਕੀਤੀ ਸੀ ਇੰਟਰੈਕਸ਼ਨ, ਹੁਣ ਅਸੀਂ ਲਾਈਟ ਚਾਰਜ ਪਾਰਟੀਕਲਸ ਨਾਲ ਕਰ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲੇ ਆਉਂਦਾ ਇੰਟਰੈਕਸ਼ਨ ਆਫ ਇਲੈਕਟ੍ਰੋਨਸ ਵਿਦ ਮੈਟਰ ਐਂਡ ਦ ਸੈਕਿੰਡ ਟੌਪਿਕ ਇਜ਼ ਇੰਟਰੈਕਸ਼ਨ ਆਫ ਪੋਜ਼ੀਟਰੋਨ ਵਿਦ ਮੈਟਰ। ਤਾਂ ਪੋਜ਼ੀਟਰੋਨ ਔਰ ਇਲੈਕਟ੍ਰੋਨਸ ਦੇ ਨਾਲ ਜਿਹੜੀ ਇੰਟਰੈਕਸ਼ਨਸ ਨੇ ਅਸੀਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਤੋ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਇੰਟਰੈਕਸ਼ਨ ਜਿਹੜੀ ਆ ਉਹ ਡਿਪੈਂਡ ਕਰਦੀ ਆ ਐਨਰਜੀ ਦੇ ਉੱਪਰ। ਜਦੋਂ ਇਲੈਕਟ੍ਰੋਨ ਦੀ ਜਿਹੜੀ એનર્ਜੀ ਹੈ, ਜਿਹੜਾ ਕਿ ਜਾ ਰਿਹਾ ਹੈ ਮੈਟਰ ਦੇ ਉੱਪਰ ਜਾ ਰਿਹਾ ਹੈ, ਉਹਦੀ ਅਗਰ ਜਦੋਂ એનર્ਜੀ ਸਮੋਲ ਹੈ ਤਾਂ ਉਹ ਇਲਾਸਟਿਕਲੀ ਜਿਹੜਾ ਵਾ ਉਹ ਸਕੈਟਰ ਕਰ ਜਾਏਗਾ ਔਰ ਸਿਰਫ ਆਊਟਰ ਜਿਹੜੇ ਇਲੈਕਟ੍ਰੋਨਸ ਨੇ ਜਿਹੜੇ ਉਹਨਾਂ ਦੇ ਨਾਲ ਹੀ ਜਿਹੜਾ ਵਾ ਉਹਦੀ ਇਲਾਸਟਿਕ ਸਕੈਟਰਿੰਗ ਜਿਹੜੀ ਆ ਹੋਏਗੀ। ਥੋੜੀ ਜ਼ਿਆਦਾ એનર્ਜੀ ਹੋਏਗੀ ਤਾਂ ਉਹ ਫਿਰ ਕੀ ਕਰੇਗਾ ਕਿ ਆਊਟਰ ਕਲਾਊਡ ਆਫ ਇਲੈਕਟ੍ਰੋਨਸ ਦੇ ਨਾਲ ਇੰਟਰੈਕਟ ਕਰੇਗਾ। ਸਭ ਤੋਂ ਪਹਿਲੇ ਤਾਂ ਉਹਦੀ ਇਲਾਸਟਿਕ ਸਕੈਟਰਿੰਗ ਹੋ ਜਾਏਗੀ, ਯਾਨੀ ਕਿ ਇਹਨਾਂ ਦੇ ਨਾਲ ਕਹਿ ਲਓ ਇੰਟਰੈਕਸ਼ਨ ਉਹਦੀ ਪ੍ਰੋਪਰ ਹੋਈ ਨਹੀਂ। ਜਿਵੇਂ ਜ਼ਿਆਦਾ એનર્ਜੀ ਆਈ ਜਾਏਗੀ ਤਿਵੇਂ ਤਿਵੇਂ ਅੰਦਰ ਵਾਲੇ ਜਿਹੜੇ ਸ਼ੈਲਸ ਆ ਉਹਨਾਂ ਦੇ ਵੱਲ ਜਿਹੜਾ ਉਹ ਮੂਵ ਕਰਨਾ ਸ਼ੁਰੂ ਕਰ ਜਾਏਗਾ। ਜਿੰਨੀ ਜ਼ਿਆਦਾ ਉਹਦੀ એનર્ਜੀ ਹਾਈ ਹੋ ਜਾਏਗੀ ਤਿਵੇਂ ਤਿਵੇਂ ਜਿਹੜਾ ਇਲੈਕਟ੍ਰੋਨ ਜਿਹੜਾ ਹੈ ਉਹ ਨਿਊਕਲੀਅਸ ਦੇ ਨਾਲ ਜਿਹੜਾ ਫਿਰ ਇੰਟਰੈਕਟ ਕਰਨਾ ਸ਼ੁਰੂ ਕਰ ਦੇਗਾ, ਜਦੋਂ ਉਹਦੀ એનર્ਜੀ ਮੈਗਾ ਇਲੈਕਟ੍ਰੋਨ ਵੋਲਟ ਦੇ ਵਿੱਚ ਜਿਹੜੀ ਆ ਉਹ ਆ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਫਿਰ ਉਹ ਨਿਊਕਲੀਅਸ ਨੂੰ ਵੀ ਐਕਸਾਈਟ ਜਿਹੜਾ ਵਾ ਉਹ ਕਰ ਸਕਦਾ ਹੈ। ਤੋ ਡਿਪੈਂਡਿੰਗ ਅਪੋਨ ਦ એનર્ਜੀਜ਼ ਜਿਹੜੇ ਇਲੈਕਟ੍ਰੋਨਸ ਨੇ ਜਾਂ ਤਾਂ ਆਊਟਰ ਸਾਈਡ 'ਤੇ ਸਕੈਟਰ ਕਰਨਗੇ ਜਾਂ ਫਿਰ ਅੰਦਰ ਵਾਲੀ ਸਾਈਡ 'ਤੇ ਇਨਲਾਸਟਿਕ ਸਕੈਟਰਿੰਗ ਕਰਨਗੇ, ਮਤਲਬ ਇਲੈਕਟ੍ਰੋਨਸ ਦੇ ਨਾਲ ਇੰਟਰੈਕਟ ਕਰਕੇ। ਉਸ ਤੋਂ ਬਾਅਦ ਜਦੋਂ ਬਹੁਤ ਜ਼ਿਆਦਾ એનર્ਜੀ ਹੈ ਉਦੋਂ ਉਹ ਨਿਊਕਲੀਅਸ ਨੂੰ ਹੀ ਐਕਸਾਈਟ ਕਰ ਦੇਣਗੇ। ਇਸੇ ਹੀ ਚੀਜ਼ ਨੂੰ ਜਿਹੜਾ ਵਾ ਉਹ ਅੱਗੇ ਅਸੀਂ ਫਰਦਰ ਐਕਸਪਲੇਨ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਇਨਇਲਾਸਟਿਕ ਕੋਲੀਜਨਸ ਉਹ ਕੋਲੀਜਨਸ ਨੇ ਜਿਹੜੀਆਂ ਕਿ ਬਾਉਂਡ ਐਟੋਮਿਕ ਇਲੈਕਟ੍ਰੋਨਸ ਦੇ ਨਾਲ ਜਦੋਂ ਇਨਸੀਡੈਂਟ ਇਲੈਕਟ੍ਰੋਨਸ ਆਉਂਦੇ ਨੇ, ਬਾਉਂਡ ਇਲੈਕਟ੍ਰੋਨਸ ਦੇ ਨਾਲ ਜਿਹੜੀਆਂ ਇੰਟਰੈਕਸ਼ਨਸ ਹੁੰਦੀਆਂ ਨੇ ਉਹ ਸਾਡੇ ਕੋਲ ਇਨਇਲਾਸਟਿਕ ਕੋਲੀਜਨਸ ਨੇ। ਇਹਨਾਂ ਕੋਲੀਜਨਸ ਦੇ ਕਰਕੇ ਐਕਸਾਈਟੇਸ਼ਨ ਹੁੰਦੀ ਹੈ ਔਰ ਆਇਨਾਈਜੇਸ਼ਨ ਹੁੰਦੀ ਹੈ ਐਟਮਸ ਦੀ। ਜਿੰਨਾ ਐਟਮਸ ਜੋ ਪਾਸ ਕਰੀ ਜਾਂਦੇ ਉਹੀ ਵਾਲੇ ਜਿਹੜੇ ਐਟਮ ਨੇ ਉਹ ਐਕਸਾਈਟ ਹੋਈ ਜਾਣਗੇ, ਆਇਨਾਈਜ਼ ਹੋਈ ਜਾਣਗੇ। ਅਤੇ ਔਨ ਦ ਬੇਸਿਸ ਆਫ ਜਿਹੜੇ ਕੁਆਂਟਮ ਮਕੈਨੀਕਲ ਕੰਸੀਡਰੇਸ਼ਨਸ ਅਗਰ ਆਪਾਂ ਲਗਾਈਏ ਸਾਰੀਆਂ, ਤਾਂ ਜਿਹੜਾ ਇਹ ਫਾਰਮੂਲਾ ਹੈ ਇਹ ਅਸੀਂ ਵੈਸੇ ਆਲਰੇਡੀ ਡਰਾਈਵ ਕੀਤਾ ਸੀ, ਬਟ ਦਿਸ ਇਜ਼ ਫॉर ਦ ਇਲੈਕਟ੍ਰੋਨਸ। ਤੋ ਇਹ ਜਿਹੜਾ ਹੈ ਇਹ ਸਾਡਾ ਫਾਰਮੂਲਾ ਜਿਹੜਾ ਉਹ ਬਣ ਜਾਂਦਾ ਹੈ, ਜਿਹਦੇ ਵਿੱਚ ਅਲੱਗ-ਅਲੱਗ ਟਰਮਸ ਜਿਹੜੀਆਂ ਨੇ ਉਸ ਤਰੀਕੇ ਨੂੰ ਨਹੀਂ ਰਿਪਰੈਜ਼ੈਂਟ ਕਰੀਆਂ। ਜਿਵੇਂ ਕੈਪੀਟਲ N ਜਿਹੜਾ ਨੰਬਰ ਆਫ ਐਟਮਸ ਪਰ ਯੂਨਿਟ ਵੋਲਿਊਮ ਨਹੀਂ ਰਿਪਰੈਜ਼ੈਂਟ ਕਰ ਰਿਹਾ, Z ਜਿਹੜਾ ਹੈ ਐਟੋਮਿਕ ਨੰਬਰ ਆਫ ਦ ਅਬਜ਼ੋਰਬਰ ਜਿਹੜਾ ਅਬਜ਼ੋਰਬ ਕਰ ਰਿਹਾ ਉਹਦੀ ਵੱਲ ਹੈ। M0 ਜਿਹੜਾ ਹੈ ਉਹ ਰੈਸਟ ਮਾਸ ਹੈ ਇਲੈਕਟ੍ਰੋਨ ਦਾ। V ਜਿਹੜੀ ਆ ਉਹ ਵੈਲੋਸਿਟੀ ਇੰਸਟੈਂਟ ਇਲੈਕਟ੍ਰੋਨ ਦੀ। I ਬਾਰ ਜਿਹੜਾ ਦਿਸ ਇਜ਼ ਅ ਮੀਨ ਐਕਸਾਈਟੇਸ਼ਨ એનર્ਜੀ ਆਫ ਦ ਐਟੋਮਿਕ ਇਲੈਕਟ੍ਰੋਨਸ ਟੂ ਦ ਅਬਜ਼ੋਰਬਰ। ਤੋ ਇਹ ਜਿਹੜਾ ਹੈ ਇਹ ਕੈਲੋ ਰਿਲੇਸ਼ਨਸ਼ਿਪ ਜਿਹੜਾ ਹੈ ਇਹ ਹੈਗਾ ਹੈ ਸਟੋਪਿੰਗ ਪਾਵਰ ਦਾ ਫॉर ਦ ਇਲੈਕਟ੍ਰੋਨਸ। ਤੋ ਜਿਵੇਂ ਇਲੈਕਟ੍ਰੋਨਸ ਦੀ ਜਿਹੜੀ એનર્ਜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਜਦੋਂ ਬਹੁਤ ਜ਼ਿਆਦਾ એનર્ਜੀ ਹੋ ਜਾਂਦੀ ਹੈ, ਸਪੋਜ਼ ਇਟ ਇਜ਼ ਗ੍ਰੇਟਰ ਦੈਨ 1 ਮੈਗਾ ਇਲੈਕਟ੍ਰੋਨ ਵੋਲਟ, ਉਸ ਟਾਈਮ 'ਤੇ ਇਹ ਜਿਹੜੇ ਇਲੈਕਟ੍ਰੋਨਸ ਨੇ ਇਹ ਸਫਰ ਕਰਦੇ ਨੇ ਰੇਡੀਏਟਿਵ ਕੋਲੀਜਨਸ ਵਿਦ ਐਟੋਮਿਕ ਨਿਊਕਲੀਆਈ। ਐਟੋਮਿਕ ਨਿਊਕਲੀਆਈ ਦੇ ਨਾਲ ਮਿਲ ਕੇ ਐਟੋਮਿਕ ਨਿਊਕਲੀਆਈ ਨੂੰ ਵੀ ਇਹ ਐਕਸਾਈਟ ਕਰ ਸਕਦੇ ਨੇ। ਇਸ ਤੋਂ ਇਲਾਵਾ ਰੇਡੀਏਟਿਵ ਕੋਲੀਜਨਸ ਦਾ ਮਤਲਬ ਇਹ ਹੈ ਕਿ ਰੇਡੀਏਸ਼ਨਸ ਜਿਹੜੇ ਨੇ ਇਮਿਟ ਕਰਦੇ ਨੇ। ਤੋ ਜਦੋਂ ਵੀ ਹਾਈ ਵੈਲੋਸਿਟੀ ਇਲੈਕਟ੍ਰੋਨ ਜਿਹੜਾ ਵਾ ਉਹ ਪਾਸ ਕਰਦਾ ਹੈ ਕਲੋਜ਼ ਟੂ ਨਿਊਕਲੀਅਸ, ਜਿਵੇਂ ਸਪੋਜ਼ ਸਾਡੇ ਕੋਲ ਕੋਈ ਨਿਊਕਲੀਅਸ ਹੈ ਔਰ ਹਾਈ ਵੈਲੋਸਿਟੀ ਇਲੈਕਟ੍ਰੋਨ ਜਿਹੜਾ ਵਾ ਨਿਊਕਲੀਅਸ ਦੇ ਬਿਲਕੁਲ ਕਲੋਜ਼ ਤੋਂ ਪਾਸ ਕਰਦਾ ਹੈ, ਤਾਂ ਉਹ ਜਿਹੜਾ ਵਾ ਉਹ ਇੱਕ ਕੁਲਮ ਫੋਰਸ ਜਿਹੜੀ ਆ ਉਹ ਐਕਸਪੀਰੀਅੰਸ ਕਰਦਾ ਹੈ ਕਿ ਜਿਵੇਂ ਅਗਰ ਕਿਉਂਕਿ ਇਹ ਪੋਜ਼ੀਟਿਵ ਚਾਰਜ ਹੈ ਅਤੇ ਆਪਣੀ ਤਰਫ ਜਿਹੜਾ ਹੈ ਉਹ ਜਿਹੜਾ ਨਿਊਕਲੀਅਸ ਜਿਹੜਾ ਹੈ ਆਪਣੀ ਤਰਫ ਜਿਹੜਾ ਉਹਨੂੰ ਖਿੱਚਦਾ ਹੈ, ਜਿਸ ਕਾਰਨ ਕੀ ਹੁੰਦਾ ਹੈ ਕਿ ਉਹਦਾ ਜਿਹੜਾ ਇਲੈਕਟ੍ਰੋਨ ਦਾ ਪਾਥ ਹੈ ਉਹ ਚੇਂਜ ਹੋ ਜਾਂਦਾ ਹੈ, ਉਹਦੀ ਡਾਇਰੈਕਸ਼ਨ ਜਿਹੜੀ ਹੈ ਵੈਲੋਸਿਟੀ ਦੀ ਉਹ ਚੇਂਜ ਹੋ ਜਾਂਦੀ ਹੈ। ਤਾਂ ਉਹਦੇ ਕਰਕੇ ਜਿਹੜੇ ਆ ਡਿਊ ਟੂ ਡਿਫਰੈਂਟ ਲਾਸਿਸ ਹੁੰਦੇ ਆ, ਉਹਦੇ ਇੰਸਟੈਂਟ ਜਿਹੜੀ ਰੇਡੀਏਸ਼ਨ ਜਿਹੜੀ ਆ ਰਹੀ ਹੈ ਉਹਦੀ ਵੈਲੋਸਿਟੀ ਘੱਟ ਹੋ ਜਾਂਦੀ ਹੈ। ਤਾਂ ਉਹ ਘੱਟ ਹੋਣ ਕਾਰਨ ਵੈਲੋਸਿਟੀ ਚੇਂਜ ਆ ਗਈ ਮਤਲਬ ਉਹਦੀ ਐਕਸਲੇਸ਼ਨ ਹੋ ਗਈ। ਉਸ ਟਾਈਮ 'ਤੇ ਕਿਉਂਕਿ ਜਿਹੜਾ ਵੀ ਕੋਈ ਵੀ ਐਕਸਲੇਟਿੰਗ ਚਾਰਜ ਹੈ ਉਹ ਇਮਿਟ ਕਰਦਾ ਰੇਡੀਏਸ਼ਨ, ਤਾਂ ਇਸ ਤਰ੍ਹਾਂ ਨਾਲ ਕੰਟੀਨਿਊਸ ਸਪੈਕਟਰਮ ਆਫ ਐਕਸ-ਰੇਜ਼ ਜਿਹੜਾ ਹੈ ਉਹ ਪ੍ਰੋਡਿਊਸ ਹੁੰਦਾ ਹੈ। ਠੀਕ ਹੈ, ਤੋ ਇਹ ਜਿਨ੍ਹਾਂ ਦਾ ਕੰਟੀਨਿਊਸ ਸਪੈਕਟਰਮ ਹੈ ਐਕਸ-ਰੇਜ਼ ਦਾ, ਜਿਹੜੇ ਰੇਡੀਏਸ਼ਨਸ ਹੈ, ਇਹਨਾਂ ਨੂੰ ਅਸੀਂ ਬੋਲਦੇ ਹਾਂ ਬ੍ਰੈਮਸਟਰੋਲਿੰਗ। ਇਹ ਇੱਕ ਜਰਮਨ ਵਰਡ ਹੈ ਜਿਹਦਾ ਮਤਲਬ ਹੈ ਕਿ ਬ੍ਰੇਕਿੰਗ ਰੇਡੀਏਸ਼ਨ। ਤੋ ਇਹ ਪਤਾ ਕੀਤਾ ਗਿਆ ਹੈ ਕਿ ਜਿਹੜਾ ਰੇਟ ਆਫ ਲਾਸ ਆਫ ਐਨਰਜੀ ਪਰ ਯੂਨਿਟ ਪਾਥ ਲੈਂਥ ਯਾਨੀ ਕਿ DE/dx ਯਾਨੀ ਕਿ ਸਟੋਪਿੰਗ ਪਾਵਰ ਜਿਹੜਾ ਅਸੀਂ ਬੋਲਿਆ ਸੀਗਾ, ਇਹ ਜਿਹੜੀ ਆ ਇਹ ਪ੍ਰਪੋਰਸ਼ਨਲ ਹੁੰਦੀ ਹੈ ਸਕੁਅਰ ਆਫ ਦਾ ਐਟੋਮਿਕ ਨੰਬਰ ਆਫ ਦਾ ਅਬਜ਼ੋਰਬਿੰਗ ਮਟੀਰੀਅਲ ਦੇ ਨਾਲ। ਤੋ ਇਹ ਜਿਹੜਾ ਹੈ ਇਹ ਇੱਕ ਇੰਪੋਰਟੈਂਟ ਰਿਲੇਸ਼ਨ ਹੈ। ਬ੍ਰੈਮਸਟਰੋਲਿੰਗ ਜਿਹੜਾ ਵਾ ਨੋਰਮਲੀ ਜਿਹੜਾ ਵਾ ਉਹ ਆ ਜਾਂਦਾ ਕੁਐਸਚਨ 'ਚ ਕਿ ਵਟ ਇਜ਼ ਬ੍ਰੈਮਸਟਰੋਲਿੰਗ। ਤਾਂ ਉਹਦੇ ਵਿੱਚ ਜਿਹੜਾ ਵਾ ਉਹ ਤੁਸੀਂ ਰੇਡੀਏਟਿਵ ਕੋਲੀਜਨਸ ਨੂੰ ਜਿਹੜਾ ਵਾ ਉਹ ਤੁਸੀਂ ਸਾਰਾ ਜਿਹੜਾ ਵਾ ਉਹਦੇ ਵਿੱਚ ਤੁਸੀਂ ਐਕਸਪਲੇਨ ਕਰ ਸਕਦੇ ਹੋ।
फर्दर जिहड़ा है वो तुहाडा हैगा इंटरैक्शन ऑफ पॉजिट्रॉन विद मैटर। पॉजिट्रॉन मीनस कि पॉजिटिव इलैक्ट्रॉन, यानी कि इलैक्ट्रॉन ही है सिंपल, सारा कुछ वह इलैक्ट्रॉन वर्गा ही है, सिर्फ चार्ज जिहड़ा है इलैक्ट्रॉन का नैगेटिव है, वह पॉजिटिव चार्ज है। तो सिर्फ यही जिहड़ा है ये फ़र्क होंदा है। जिहड़ा पॉजिट्रॉन है आफ्टर इट्स फॉर्मेशन इट्स स्लो डाउन बाय द कोलिजन्स विद एटम, तो स्लो डाउन हो जाता है अनटिल इट इज़ प्रैक्टिकली एट रेस्ट। ठीक है, तो दैन इंटरैक्ट विद इलैक्ट्रॉन विच कैन ऑल्सो बी टेकन प्रैक्टिकली एट रेस्ट। फिर दोनों जिहड़े पार्टिकल्स ने वो दोनों एनहीलेशन हो जाती है, उन्होंने दोनों मिल के रीकॉम्बीनेशन कह लो जिमें हो जाता है, तो इनर्जी जिहड़ी है वो फोटोन्स जिहड़े ने इमिट करते, जिन्हों की एनर्जी 0.5 मिली मैगा इलैक्ट्रॉन वोल्ट होंदी है। तो एम नॉट जिहड़ा है वह जिमें मास है इलैक्ट्रॉन का, पॉजिट्रॉन का भी मास एम नॉट ही है, तो एम नॉट सी स्क्वायर जी वैल्यू है उन्ने दे जिहड़े फोटोन्स है उन्नी एनर्जी के वो जिहड़े है वो इमिट करते हैं फोटोन्स। और मोमेंटम कंजर्वेशन क्योंकि यह होनी जरूरी है हर एक जगह के उपर, तो जी दोनों फोटोन्स ने दोनों ओपोजिट डायरैक्शन के ट्रैवल करते हैं। तो इहदा मतलब ये है कि जिहड़ा इलैक्ट्रॉन तो पॉजिट्रॉन जिहड़े जो दोनों डिसअपीयर हो जाते हैं, मतलब एनहीलेशन हो जाती है, इस तरह की जी प्रोसैस है असीं बोलते हैं इलैक्ट्रॉन पॉजिट्रॉन एनहीलेशन। और जिहड़े गामा फोटोन्स ने जिहड़े इमिट होंदे क्योंकि इन्नी ज़्यादा एनर्जी दे ने मैगा इलैक्ट्रॉन वोल्ट दे, तो ये जिहड़ी इन्ना ये क्योंकि गामा रेज दे विच रेडिएशन च फॉल करती इन्नी एनर्जी, बहुत ज़्यादा एनर्जी है, ये रेडिएशन नूं असीं एनहीलेशन रेडिएशन जिहड़ा बोलते हैं। पहली वाली जिहड़ी रेडिएशन सी ओह ब्रैमस्टॉलिंग सी, हुण जिहड़ी तुसीं पढ़ रहे हो तुसीं एनहीलेशन रेडिएशन जिहड़ी है वो पढ़ रहे हो। तो इस दे ड्यूरिंग की है दो फोटोन्स जिहड़े ओपोजिट डायरैक्शन दे विच इमिट होंदे आ। कदों इमिट होंदे इफ द स्पिन्स ऑफ द इलैक्ट्रॉन एंड पॉजिट्रॉन्स आर एंटी पैरलल। और 3 फोटोन्स जिहड़े ने जो इमिट होणगे तो 120 डिग्री ईच दर च चल जाएंगे, ताकि उन्हां दियां अगर उन्हां दे स्पिन पैरलल ने, तो इस तरीके दे नाल मतलब किसी भी तरीके करके जिहड़ा लॉ ऑफ कंजर्वेशन ऑफ एंगूलर मोमेंटम है उन्होंने जिहड़ा है कंजर्व जिहड़ा है करा देंदे ने। नैक्सट अगे उही तुहाडा अगेन उही वाला टॉपिक है ब्रैमस्टॉलिंग, जिहदा मतलब है ब्रेकिंग रेडिएशन, जो इलैक्ट्रॉन्स की एनर्जी ज़्यादा होंदी है, ज़्यादा वेलोसिटी होंदी है और पास करते हैं, और कुछ जिहड़ी एनर्जी है मतलब कंसीडरेबल फ्रैक्शन ऑफ एनर्जी अच्छी खासी एनर्जी जिहड़ी है वो इन द फॉर्म ऑफ एक्सीलरेशन जिहड़ी है वो जिहड़ी है कर देंदे ने इमिट। तो इस तरह की जिहड़ी एनर्जी रेडिएटिड है इनू असीं बोलते हैं ब्रैमस्टॉलिंग। तो इट कॉरेस्पॉन्ड्स टू एनर्जी रेडिएटेड पर यूनिट टाइम इन द फॉर्म ऑफ EM रेडिएशन व्हेन अ चार्ज पार्टिकल इज मूविंग विद अ वेरी हाई स्पीड। So very high speed is compared with the velocity of light, which may approach the velocity of light. So this is what the brainstorming is.